ਦੋਸਤੋ ਕੈਨ ਪੰਜਾਬ ਮੀਡੀਆ ਤੇ ਤੁਹਾਡਾ ਸਵਾਗਤ ਹੈ। ਪਿਆਰ ਭਰੀ ਸਤਿ ਸ੍ਰੀ ਅਕਾਲ। ਪੇਸ਼ ਹੈ ਅੱਜ ਦੀਆਂ ਕੁਝ ਖਾਸ ਖਬਰਾਂ। ਕੈਨੇਡਾ ਤੋਂ ਕੁਝ ਅਹਿਮ ਅਪਡੇਟ ਹੈਗੀਆਂ ਨੇ ਵਰਲਡ ਭਰ ਤੋਂ। ਪਹਿਲੀ ਖਬਰ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਜਿਹੜੀ ਆਪਣੇ ਕੈਨੇਡਾ ਰੋਮ ਇਟਲੀ ਦੇ ਵਿੱਚ ਕਲਾਈਮੇਟ ਹੋ ਰਿਹਾ, ਕਲਾਈਮੇਟ ਦੇ ਉੱਪਰ ਸੰਮਤੀ ਹੋਈ ਆ। ਲਗਾਤਾਰ 2 ਦਿਨ ਸੰਮਤੀ ਹੋਈ, ਉਹਦੇ ਵਿੱਚ ਵੱਖ-ਵੱਖ G20 ਦੇਸ਼ਾਂ ਦੇ ਆਗੂ ਪਹੁੰਚੇ ਸੀਗੇ। ਵੱਖ-ਵੱਖ ਜਿਹੜਾ ਸੀਗਾ ਵਿਚਾਰ ਆਗੂਆਂ ਵੱਲੋਂ ਵਿਚਾਰ ਦਿੱਤੇ ਗਏ ਆ ਕਿ ਕਿਸ ਤਰ੍ਹਾਂ ਕਲਾਈਮੇਟ ਚੇਂਜ ਦੇ ਉੱਪਰ ਪਾਲਿਸੀ ਵਰਲਡ ਲੈਵਲ ਦੇ ਉੱਪਰ ਆਉਣੀ ਚਾਹੀਦੀ ਆ। ਐਮਿਸ਼ਨ ਕੱਟ ਦੇ ਉੱਪਰ ਵੱਖ-ਵੱਖ ਦੇਸ਼ਾਂ ਦੀ ਅਪਰੋਚ ਕੀ ਹੋਣੀ ਚਾਹੀਦੀ ਆ, ਜਾਂ ਜਿਹੜੇ ਨਵੇਂ ਵਹੀਕਲ ਹੈਗੇ ਆ ਉਹਨਾਂ ਨੂੰ ਹੁਣ ਕਿਸ ਤਰ੍ਹਾਂ ਜਿਹੜਾ ਊਰਜਾ ਤੋਂ ਜਿਹੜਾ ਬਿਜਲੀ ਦੇ ਉੱਪਰ ਲਿਆਂਦਾ ਜਾਵੇ। ਇਹਦੇ ਸੰਬੰਧੀ ਵੱਖ-ਵੱਖ ਦੇਸ਼ਾਂ ਵੱਲੋਂ ਜਿਹੜੇ ਵਿਚਾਰ ਪ੍ਰਗਟ ਕੀਤੇ ਗਏ ਆ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੁਣੇ ਵੀ ਇਸ ਸੰਮਤੀ ਵਿੱਚ ਬਕਾਇਦਾ ਪਹੁੰਚੇ ਹੋਏ ਸੀਗੇ। ਇਸ ਮੌਕੇ ਵਾਤਾਵਰਨ ਤਬਦੀਲੀ ਲਈ ਉਹਨਾਂ ਵੱਲੋਂ ਇੱਕ ਠੋਸ ਅਤੇ ਪ੍ਰਭਾਵਸ਼ਾਲੀ ਨੀਤੀ ਦੀ ਵਕਾਲਤ ਇਸ ਸੰਮਤੀ ਵਿੱਚ ਕੀਤੀ ਗਈ ਆ। 2 ਦਿਨਾਂ ਸੰਮਤੀ ਦੇ ਵਿੱਚ ਆਪਣੇ ਅੰਤਮ ਭਾਸ਼ਣ ਦਿੰਦਿਆਂ, ਭਾਵ ਆਪਣੇ ਭਾਸ਼ਣ ਦੇ ਅੰਤਮ ਪਲਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਦੇ ਲਈ ਘੱਟੋ ਘੱਟ 1.5 ਸੈਲਸੀਅਸ ਜਿਹੜਾ ਵਾ ਟੀਚਾ ਮਿਥਣਾ ਚਾਹੀਦਾ, ਜਿਹੜਾ ਕਿ ਹੁਣ ਮਿਥਿਆ ਗਿਆ ਆ। ਇਹ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਦੇ ਵਿੱਚ ਦੇਸ਼ ਜਿਹੜੇ ਕਿੰਨੇ ਕੁ ਸਿਰਦ ਹੈਗੇ ਆਪਣੇ ਪੱਧਰ ਦੇ ਉੱਪਰ। ਇਸ ਤੋਂ ਇਲਾਵਾ ਜਿਹੜਾ ਕਾਰਬਨ ਐਮਿਸ਼ਨ ਹੈਗਾ ਆ ਉਸ ਦੇ ਉੱਪਰ ਕਾਰਬਨ ਐਮਿਸ਼ਨ ਘੱਟ, ਭਾਵ ਇਹਨੂੰ ਘੱਟ ਕਰਨ ਦੇ ਲਈ 2050 ਤੱਕ ਇਹਨੂੰ 0 ਕਰਨ ਦਾ ਟੀਚਾ ਮਿਥਿਆ ਗਿਆ ਆ। ਭਾਵ ਕਿ ਸਾਰੇ ਦੇਸ਼ ਆਪਣੇ ਪੱਧਰ ਦੇ ਉੱਪਰ ਆਪੋ ਆਪਣੇ ਦੇਸ਼ਾਂ ਦੇ ਵਿੱਚ ਕਾਰਬਨ ਐਮਿਸ਼ਨ ਨੂੰ 0 ਕਰਨਗੇ 2050 ਤੱਕ। ਵੱਧ ਤੋਂ ਵੱਧ ਬੈਟਰੀ ਵਾਲੀਆਂ ਕਾਰਾਂ ਜਿਹੜੀਆਂ ਉਹ ਆ ਸਕਦੀਆਂ ਹੈਗੀਆਂ ਨੇ। ਇਹਦੇ ਸੰਬੰਧੀ ਹੋਰ ਵੀ ਜਿਹੜੇ ਆ ਸੋਰਸ ਹੈਗੇ ਆ ਬਿਜਲੀ ਦੇ, ਉਹਨਾਂ ਨੂੰ ਬਦਲਿਆ ਜਾ ਸਕਦਾ ਆ। ਕੋਲ ਤੋਂ ਜਿਹੜਾ ਟਰਬਾਈਨ ਵੱਲ ਲਿਆਂਦਾ ਜਾ ਸਕਦਾ ਆ। ਅਤੇ ਇਸ ਤੋਂ ਇਲਾਵਾ ਹੋਰ ਸਵੇਰੇ ਸੋਰਸ ਇਸ ਤਰ੍ਹਾਂ ਬਦਲੇ ਜਾ ਸਕਦੇ ਆ ਜਿਹਦੇ ਰਾਹੀਂ ਐਮਿਸ਼ਨ ਘੱਟ ਕੀਤਾ ਜਾਵੇ। ਕੋਲ ਪਾਵਰ ਨਾਲ ਚੱਲਣ ਵਾਲੇ ਜਿਹੜੇ ਪਲਾਂਟ ਹੈਗੇ ਉਹਨਾਂ ਨੂੰ 2030 ਤੱਕ ਬੰਦ ਕਰਨ ਦਾ ਟੀਚਾ ਮਿਥਿਆ ਗਿਆ। ਪਰ ਇਹ ਗੱਲ ਪੋਸੀਬਲ ਨਹੀਂ ਹੈਗੀ। ਜਿਹੜਾ ਭਾਰਤ ਆ ਅਤੇ ਚੀਨ ਹੈਗਾ ਆ ਵੱਡੀ ਪੱਧਰ 'ਤੇ, ਉੱਥੇ ਜਿਹੜੇ ਕੋਲ ਪਲਾਂਟ ਹੈਗੇ ਆ ਕੋਲੇ 'ਤੇ ਨਿਰਭਰ ਹੈਗੇ ਆ ਫਿਲਹਾਲ। ਉਹਨਾਂ ਲਈ ਅਜੇ ਇਹ ਗੱਲ ਪੋਸੀਬਲ ਵੀ ਨਹੀਂ ਹੈਗੀ। ਇਸੇ ਕਰਕੇ ਚੀਨ ਨੇ ਫਿਲਹਾਲ ਇੱਥੋਂ ਸਮਰੱਥਾ ਪ੍ਰਗਟਾਈ ਹੈਗੀ ਆ। ਉਹਨੇ ਆਪਣਾ ਟੀਚਾ 2060 ਤੱਕ ਇਹ ਗੱਲ ਦਾ ਮਿਥਿਆ ਹੈਗਾ ਕਿ ਉਹ 0 ਤੇ ਇਸ ਨੂੰ ਮਿਸ਼ਨ ਨੂੰ ਲਿਆ ਸਕਦਾ ਵਾ 2060 ਤੱਕ। ਭਾਰਤ ਦਾ ਸਟੈਂਡ ਅਜੇ ਤੱਕ ਕੋਈ ਇਹਦੇ ਸੰਬੰਧੀ ਸਾਹਮਣੇ ਨਹੀਂ ਆਇਆ ਵੱਖਰੇ ਤੌਰ 'ਤੇ। ਵੈਸੇ ਹੁਣ ਇਹ ਹੈ ਕਿ ਸੰਮਤੀ ਹੋ ਰਹੀ ਜਿਹੜੀ ਗਲਾਸਗੋ ਦੇ ਵਿੱਚ 200 ਦੇ ਕਰੀਬ ਉੱਥੇ ਲੋਕ ਸ਼ਾਮਲ ਹੋ ਰਹੇ ਆ। ਉਹ ਜਿਹੜੇ 200 ਦੇ ਕਰੀਬ ਦੇਸ਼ਾਂ ਦੇ ਆਗੂ ਉਸ ਵਿੱਚ ਸ਼ਾਮਲ ਹੋ ਰਹੇ ਆ। ਉੱਥੇ ਭਾਰਤ ਦੀ ਨੀਤੀ ਵੀ ਸਪਸ਼ਟ ਤੌਰ 'ਤੇ ਸਾਹਮਣੇ ਆਊਗੀ ਕਿ ਭਾਰਤ ਦੀ ਆਪਣੀ ਅਪਰੋਚ ਕਲਾਈਮੇਟ ਚੇਂਜ ਸੰਬੰਧੀ ਕੀ ਹੋਵੇਗੀ। ਇਸ ਮੌਕੇ ਸੰਮਤੀ ਦੇ ਐਂਡ ਦੇ ਵਿੱਚ UN ਦੇ ਜਨਰਲ ਸਕੱਤਰ ਐਂਟੋਨੀਓ ਗੁਤਰਸ ਉਹਨਾਂ ਵੱਲੋਂ ਬੜੀ ਨਿਰਾਸ਼ਾ ਪ੍ਰਗਟ ਕੀਤੀ ਗਈ ਹੈ ਕਿ ਇਸ ਸੰਮਤੀ ਤੋਂ ਉਹਨਾਂ ਨੂੰ ਕੋਈ ਜ਼ਿਆਦਾ ਉਮੀਦਾਂ ਜਿਹੜੀਆਂ ਉਹ ਪੂਰੀਆਂ ਨਹੀਂ ਹੋਈਆਂ। ਭਾਵ ਦੇਸ਼ਾਂ ਵੱਲੋਂ ਜ਼ਿਆਦਾਤਰ ਜਿਹੜੇ ਆ ਰਸਮੀ ਬਿਆਨ ਦਿੱਤੇ ਜਾਂਦੇ ਆ, ਉਸ ਤੋਂ ਬਾਅਦ ਅਮਲੀ ਤੌਰ ਦੇ ਉੱਪਰ ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਸਹਿਰਦਤਾ ਨਹੀਂ ਦਿਖਾਈ ਜਾਂਦੀ। ਇਸ ਮੌਕੇ ਉਹਨਾਂ ਨੇ ਇਹ ਗੱਲ ਕਿਹਾ ਕਿ ਜਸਟ ਇੱਕ ਜਿਹੜੀ ਸੰਮਤੀ ਸੀ ਡਰੈਸ ਰਿਹਰਸਲ ਵਾਂਗ ਸੀਗੀ ਕਿ ਰਿਹਰਸਲ ਜਿੱਦਾਂ ਕਿਸੇ ਚੀਜ਼ ਦੀ ਕੀਤੀ ਜਾਂਦੀ ਆ, ਲੇਕਿਨ ਉਸ ਨੂੰ ਅਮਲੀ ਐਕਸ਼ਨ ਨਹੀਂ ਦਿੱਤਾ ਜਾਂਦਾ। ਸੋ ਉਹਨਾਂ ਇਸ ਸੰਮਤੀ ਦੇ ਉੱਪਰ ਬੜੀ ਨਿਰਾਸ਼ਾ ਜਿਹੜੀ ਉਹ ਪ੍ਰਗਟ ਕੀਤੀ ਗਈ ਆ। ਇਸ ਤੋਂ ਇਲਾਵਾ ਹੁਣ ਜਿਹੜੇ ਆਪਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਆ, ਉਹਨਾਂ ਨੇ G20 ਦੇਸ਼ਾਂ ਦੀ ਮੀਟਿੰਗ ਦੇ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਦਾ ਜਿਹੜਾ ਦੁਬਾਰਾ ਕਮਿਟਮੈਂਟ ਕੀਤੀ ਗਈ ਆ ਕਿ ਕੈਨੇਡਾ 10 ਮਿਲੀਅਨ ਦੇ ਕਰੀਬ ਡੋਜ਼ ਜਿਹੜੀਆਂ ਮੋਡਰਨਾ ਦੀਆਂ ਉਹ ਦਾਨ ਕਰੇਗਾ, ਡੋਨੇਟ ਕਰੇਗਾ। ਕੁੱਲ ਤੌਰ 'ਤੇ ਜਿਹੜਾ ਹੈਗਾ ਆਉਣ ਵਾਲੇ ਨੈਕਸਟ ਈਅਰ ਦੇ ਐਂਡ ਤੱਕ 200 ਮਿਲੀਅਨ ਦੀ ਗੱਲ ਕੀਤੀ ਗਈ। ਉਹਨਾਂ ਵੱਲੋਂ ਇਹ ਟੀਚਾ ਕਿੱਦਾਂ ਪੂਰਾ ਹੁੰਦਾ, ਲੇਕਿਨ ਉਹਨਾਂ ਵੱਲੋਂ ਇਸ ਟੀਚੇ ਦੀ ਗੱਲ ਕੀਤੀ ਗਈ ਆ। ਇਸ ਮੌਕੇ ਜਿਹੜੀ ਆਪਣੀ ਕੈਨੇਡਾ ਦੀ ਡਿਪਟੀ ਪ੍ਰਾਈਮ ਮਿਨਿਸਟਰ ਕ੍ਰਿਸਟੀਆ ਫਰੀਲੈਂਡ, ਉਹਨਾਂ ਵੱਲੋਂ ਬਕਾਇਦਾ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਮੋਡਰਨਾ ਜਾਂ ਕੋਈ ਵੀ ਵੈਕਸੀਨ ਜਿਹੜੀ ਹੈਗੀ ਆ ਕੈਨੇਡਾ ਦੀ ਆਪਣੀ ਪ੍ਰੋਡਕਸ਼ਨ ਨਹੀਂ ਹੈਗੀ। ਅਸੀਂ ਬਾਏ ਕਰਕੇ ਬਕਾਇਦਾ ਜਿਹੜੀ ਵੈਕਸੀਨ ਆ ਉਹ ਡੋਨੇਟ ਕਰਾਂਗੇ। ਭਾਵ ਇਸ ਦੇ ਉੱਪਰ ਦੇਰੀ ਹੋ ਸਕਦੀ ਆ। ਦੇਰੀ ਦਾ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਕੈਨੇਡਾ ਦੇ ਵਿੱਚ ਜਿਹੜੀ ਪੈਦਾਵਾਰ ਵੈਕਸੀਨ ਦੀ ਆਪਣੇ ਤੌਰ 'ਤੇ ਪ੍ਰੋਡਕਸ਼ਨ ਨਹੀਂ ਹੈਗੀ। ਬਾਏ ਕਰਕੇ ਆਰਡਰ ਕਰਕੇ ਬਕਾਇਦਾ ਇਹ ਜਿਹੜੀ ਵੈਕਸੀਨ ਆ ਡੋਨੇਟ ਕੀਤੀ ਜਾਊਗੀ, ਉਸ ਲਈ ਕੁਝ ਸਮਾਂ ਲੱਗ ਸਕਦਾ ਆ। ਅੰਟਾਰੀਓ ਤੋਂ ਕੁਝ ਖਬਰਾਂ ਵਾ। ਮਾਲਟਨ ਤੋਂ
ਗੋਲੀਬਾਰੀ ਦੇ ਵਿੱਚ ਇੱਕ ਨੌਜਵਾਨ ਪਿੱਛੇ ਜੇ ਮਾਰਿਆ ਗਿਆ ਸੀਗਾ। ਸਤੰਬਰ 17 ਨੂੰ ਇਹ ਘਟਨਾ ਵਾਪਰੀ ਸੀਗੀ। ਰਾਤ 8 ਵਜੇ ਏਅਰਪੋਰਟ ਐਂਡ ਡੈਰੀ ਰੋਡ ਦੇ ਉੱਪਰ ਇੱਕ ਨੌਜਵਾਨ ਦੀ ਗੋਲੀਬਾਰੀ ਦੇ ਵਿੱਚ ਮੌਤ ਹੋਈ ਸੀ। 2 ਵਿਅਕਤੀਆਂ ਨੂੰ ਇਹਦੇ ਸੰਬੰਧੀ ਚਾਰਜ ਕੀਤਾ ਗਿਆ ਸੀ। ਇੱਕ ਵਿਅਕਤੀ ਨੂੰ ਤੇ ਕੁਝ ਦਿਨਾਂ ਬਾਅਦ ਹੀ ਫੜ ਲਿਆ ਗਿਆ ਸੀਗਾ। ਸ਼ਾਇਦ ਮੇਰੇ ਕੋਲ ਉਮਰ 18 ਸਾਲ ਸੀਗੀ। ਜਸਕਰਨ ਸਿੰਘ ਸੰਧੂ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਲੇਕਿਨ ਅੱਜ ਹੁਣ 16 ਸਾਲਾ ਨੌਜਵਾਨ ਇੱਕ ਹੋਰ ਪੰਜਾਬੀ ਨੌਜਵਾਨ ਹੈਗਾ, ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦਾ ਛੋਟੀ ਉਮਰ ਹੋਣ ਕਰਕੇ ਨਾਮ ਪੁਲਿਸ ਵੱਲੋਂ ਨਸ਼ਰ ਨਹੀਂ ਕੀਤਾ ਗਿਆ। ਲੇਕਿਨ ਇਸ ਘਟਨਾ ਤੋਂ ਬਾਅਦ ਹੁਣ ਦੋਵੇਂ ਜਿਹੜੇ ਦੋਸ਼ੀ ਆ ਉਹ ਗ੍ਰਿਫਤਾਰ ਪੁਲਿਸ ਵੱਲੋਂ ਕਰ ਲਏ ਗਏ ਆ। ਅਲਬਰਟਾ ਤੋਂ ਖਬਰ ਆ। ਅਲਬਰਟਾ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਸਾਡੇ ਇੱਥੇ ਅੰਟਾਰੀਓ ਦੇ ਵਿੱਚ ਅੰਟਾਰੀਓ ਪੁਲਿਸ ਜਿਹੜੀ ਆਪਣੀ ਹੈਗੀ ਆ, ਲੇਕਿਨ ਕੈਨੇਡਾ ਦੀਆਂ ਬਹੁਤ ਸਾਰੀਆਂ ਸਟੇਟਾਂ ਸੀਗੀਆਂ ਜਿਹਦੇ ਵਿੱਚ ਅਜੇ ਤੱਕ ਵੀ ਜਿਹੜੀ ਫੈਡਰਲ ਜਿਹੜੀ ਸਿਕਿਉਰਿਟੀ ਫੋਰਸਿਸ ਹੈਗੀਆਂ, ਜਿੱਦਾਂ RCMP ਆ, ਉਹੀ ਕੰਮ ਕਰ ਰਹੀ ਸੀ। ਸਟੇਟਾਂ ਉਹਨਾਂ ਪ੍ਰੋਵਿੰਸਸ ਦੀ ਆਪਣੀ ਪੁਲਿਸ ਅਜੇ ਤੱਕ ਨਹੀਂ ਸੀ। ਜਿਹੜਾ ਅਲਬਰਟਾ ਆ ਉਹਦਾ ਵੀ ਕਾਫੀ ਦੇਰ ਤੋਂ ਇਸ ਗੱਲ ਦੀ ਮੰਗ ਉੱਠ ਰਹੀ ਸੀ ਕਿ ਅਲਬਰਟਾ ਕੋਲ ਆਪਣੀ ਪੁਲਿਸ ਹੋਣੀ ਚਾਹੀਦੀ ਆ। ਵੱਖ-ਵੱਖ ਪੱਧਰ ਦੇ ਉੱਪਰ ਵੱਖ-ਵੱਖ ਮੌਕਿਆਂ ਦੇ ਉੱਪਰ ਇਸ ਲਈ ਸੰਬੰਧੀ ਮੀਟਿੰਗਾਂ ਹੋਈਆਂ, ਲੇਕਿਨ ਬਜਟ ਜ਼ਿਆਦਾ ਹੋਣ ਕਰਕੇ ਸ਼ਾਇਦ ਅਲਬਰਟਾ ਦੀਆਂ ਸਰਕਾਰਾਂ ਇਸ ਫੈਸਲੇ ਤੋਂ ਭੱਜਦੀਆਂ ਰਹੀਆਂ ਨੇ। ਇਸ ਤੋਂ ਪਹਿਲਾਂ ਉੱਥੋਂ ਦੇ ਪ੍ਰੀਮੀਅਰ ਜੈਸਨ ਕੈਨੀ ਹੋਣਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀਗੀ। ਉਸ ਕਮੇਟੀ ਨੇ ਹੁਣ ਇੱਕ ਰਿਪੋਰਟ ਦਿੱਤੀ ਆ, ਜਿਹੜੀ ਪ੍ਰਾਈਸ ਵਾਟਰ ਹਾਊਸ ਕੂਪਰ ਪੈਨਲ ਬਣਾਇਆ ਗਿਆ ਸੀਗਾ, ਉਹਨੇ ਬਕਾਇਦਾ ਹੁਣ ਰਿਪੋਰਟ ਜਾਰੀ ਕਰ ਦਿੱਤੀ ਆ। ਅਤੇ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਹੁਣ ਕਨਫਰਮ ਕਰ ਦਿੱਤਾ ਕਿ ਅਲਬਰਟਾ ਦੀ ਜਿਹੜੀ ਆਪਣੀ ਪੁਲਿਸ ਆ ਉਹਨੂੰ ਸਥਾਪਿਤ ਕਰਨਾ ਕੋਸਟਲੀ ਹੋਊਗਾ, ਲੇਕਿਨ ਇਫੈਕਟਿਵ ਹੋਊਗਾ RCMP ਨਾਲੋਂ। ਇੱਕ ਵਾਰੀ ਉਹਨੂੰ ਇਸਟੈਬਲਿਸ਼ ਕਰਨ ਦੇ ਵਿੱਚ ਖਰਚਾ ਆਊਗਾ, ਉਸ ਤੋਂ ਬਾਅਦ ਸ਼ਾਇਦ ਕੁਝ ਖਰਚਾ ਘੱਟ ਵੀ ਸਕਦਾ ਆ। ਕਿਉਂਕਿ ਜਿਹੜੀ ਖਰਚੇ ਦੀ ਗੱਲ ਕਰੀਏ, ਫਿਲਹਾਲ RCMP ਦੇ ਉੱਪਰ ਜਿਹੜਾ ਆ ਜਿਹੜੀ ਪ੍ਰੋਵਿੰਸ਼ੀਅਲ ਪੁਲਿਸ ਆ ਉਹਦੇ ਨਾਲੋਂ ਖਰਚਾ ਜ਼ਿਆਦਾ ਆ ਰਿਹਾ, ਲੇਕਿਨ ਉੱਪਰ ਸਬਸਿਡੀ ਹੈ ਜਿਹੜੀ ਫੈਡਰਲ ਸਰਕਾਰ ਦੀ। RCMP ਦੇ ਉੱਪਰ ਪ੍ਰਤੀ ਸਾਲ ਜਿਹੜਾ ਵਾ ਖਰਚਾ $783 ਮਿਲੀਅਨ ਜਿਹੜਾ ਖਰਚਾ ਆਉਂਦਾ ਆ, ਲੇਕਿਨ ਬਹੁਤੇ ਵੱਡੇ ਪੱਧਰ ਦੇ ਉੱਪਰ ਉਹਦੇ ਉੱਪਰ ਸਬਸਿਡੀ ਜਿਹੜੀ ਫੈਡਰਲ ਸਰਕਾਰ ਵੱਲੋਂ ਦਿੱਤੀ ਜਾਂਦੀ ਆ। ਲੇਕਿਨ ਜੇ ਅੰਟਾਰੀਓ ਵੱਲੋਂ ਆਪਣੀ ਪ੍ਰੋਵਿੰਸ਼ੀਅਲ ਪੁਲਿਸ ਜਿਹੜੀ ਇਸਟੈਬਲਿਸ਼ ਕੀਤੀ ਜਾਂਦੀ ਆ, ਉਹਦਾ ਖਰਚਾ ਸਾਰਾ ਜਿਹੜਾ ਸੂਬਾ ਸਰਕਾਰ ਦੇ ਉੱਪਰ ਪਏਗਾ, ਜਿਹੜਾ ਲਗਭਗ 366 ਤੋਂ ਲੈ ਕੇ $371 ਮਿਲੀਅਨ ਹੋ ਸਕਦਾ। ਲੇਕਿਨ ਮੈਨੂੰ ਲੱਗਦਾ ਕਿ ਹੁਣ ਅਲਬਰਟਾ ਇਹਦੇ ਸੰਬੰਧੀ ਹੁਣ ਜਲਦੀ ਹੀ ਫੈਸਲਾ ਕਰਕੇ ਆਪਣੀ ਪੁਲਿਸ ਦੀ ਸਥਾਪਤੀ ਲਈ ਅੱਗੇ ਵੱਧ ਸਕਦਾ ਹੈ। ਅਗਲੀ ਖਬਰ ਨਿਊ ਬ੍ਰੰਸ਼ਵਿਕ ਤੋਂ ਆ। ਨਿਊ ਬ੍ਰੰਸ਼ਵਿਕ ਦੇ 22,000 ਦੇ ਕਰੀਬ ਪਬਲਿਕ ਕਾਮਿਆਂ ਵੱਲੋਂ ਹੜਤਾਲ ਕੀਤੀ ਗਈ ਆ। ਆਪਣੀ ਤਨਖਾਹਾਂ ਵਿੱਚ ਵਾਧੇ ਨੂੰ ਲੈ ਕੇ ਉਹ ਹੜਤਾਲ 'ਤੇ ਬੈਠੇ ਹੈਗੇ ਆ। ਇਹ ਇੱਕ ਵੱਡੀ ਪੱਧਰ 'ਤੇ ਸੂਬਾ ਵਿਆਪੀ ਹੜਤਾਲ ਸੀਗੀ। ਪ੍ਰੋਵਿੰਸ ਪੱਧਰ ਦੇ ਉੱਪਰ ਹੈਲਥ ਕਾਮੇ, ਸਿਹਤ ਕਾਮੇ, ਹੋਰ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੇ ਕੰਮ ਕਰਦੇ ਕਾਮੇ ਆ ਉਹ ਹੜਤਾਲ 'ਤੇ ਗਏ ਆ। ਇਹ ਹੜਤਾਲ 'ਤੇ ਜਾਣ ਕਾਰਨ ਕਿ ਸਕੂਲ, ਹਸਪਤਾਲ ਅਤੇ ਵੱਡੀ ਪੱਧਰ 'ਤੇ ਟਰਾਂਸਪੋਰਟ ਜਿਹੜਾ ਡਿਪਾਰਟਮੈਂਟ ਆ ਉਹਦੀਆਂ ਸੇਵਾਵਾਂ ਠੱਪ ਵਾਂਗ ਹੋ ਗਈਆਂ ਨੇ। ਭਾਵ ਲੋਕਾਂ ਨੂੰ ਬੜੀ ਵੱਡੀ ਪੱਧਰ 'ਤੇ ਪਰੇਸ਼ਾਨੀ ਹੋਈ ਆ। ਇਹਨਾਂ ਜਿਹੜੀ ਹੜਤਾਲ ਹੈਗੀ ਇਹਦੇ ਵਿੱਚ ਸਕੂਲ ਸਪੋਰਟ ਜਿਹੜਾ ਵਰਕਰ ਹੈਗੇ ਆ, ਸਕੂਲ ਜਿਹੜੇ ਟਰਾਂਸਪੋਰਟ ਨਾਲ ਜੁੜੇ ਹੋਏ ਵਰਕਰ ਹੈਗੇ ਆ, ਮਕੈਨੀਕਲ ਆ, ਹੈਲਥ ਕੇਅਰ ਵਰਕਰ ਆ, ਰੀਹੈਬਲੀਟੇਸ਼ਨ ਵਿੱਚ ਕੰਮ ਕਰਦੇ ਹੈਲਥ ਕੇਅਰ ਵਰਕਰ ਆ, ਥੈਰੇਪੀ ਦੇ ਵਿੱਚ ਕੰਮ ਕਰਦੇ ਹੈਲਥ ਕੇਅਰ ਵਰਕਰ ਹੈਗੇ ਆ, ਉਹਨਾਂ ਵੱਲੋਂ ਆਪਣੀਆਂ ਤਨਖਾਹਾਂ ਵਧਾਉਣ ਦੇ ਲਈ ਇਹ ਹੜਤਾਲ ਕੀਤੀ ਗਈ ਆ। ਜਿਹਦੀ ਵਜ੍ਹਾ ਕਰਕੇ ਹੁਣ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਆ ਉੱਥੋਂ ਦੀ ਸਖਤ 'ਚ ਆਈ ਪਈ ਆ। ਕਾਫੀ ਉਹਨੂੰ ਮੁਸ਼ਕਿਲਾਂ ਦਾ ਦਰਪੇਸ਼ ਕਰਨੀਆਂ ਪੈ ਰਹੀਆਂ। ਨਿਊ ਬ੍ਰੰਸ਼ਵਿਕ ਦੇ ਪ੍ਰੀਮੀਅਰ ਬਲੇਨ ਹਿਗਸ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਯੂਨੀਅਨ ਵੱਲੋਂ ਹੜਤਾਲ ਕਰਨ ਦੀ ਬਜਾਏ ਮੀਨਿੰਗਫੁੱਲ ਗੱਲ ਅਤੇ ਜਿਹੜੀ ਆ ਲੌਜੀਕਲ ਗੱਲ ਸਰਕਾਰ ਦੇ ਨਾਲ ਕਰਨੀ ਚਾਹੀਦੀ ਆ। ਜਿਹੜੀਆਂ ਮੰਗਾਂ ਆ ਉਹ ਮੰਗਣੀਆਂ ਚਾਹੀਦੀਆਂ, ਜਿਨ੍ਹਾਂ ਨੂੰ ਪੂਰਾ ਕਰਨਾ ਸਰਕਾਰ ਦੇ ਹੱਥ ਵਿੱਚ ਹੋਵੇ। ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਹੁਣ ਕਿਸ ਪੱਧਰ 'ਤੇ ਸਰਕਾਰ ਦੇ ਯੂਨੀਅਨ ਦੇ ਵਿੱਚ ਗੱਲਬਾਤ ਕਰਨ ਪੈਂਦੀ ਆ। ਵੈਸੇ ਕੈਨੇਡਾ ਦੇ ਵਿੱਚ ਵੀ ਹੜਤਾਲਾਂ ਹੁੰਦੀਆਂ, ਪਰ ਬੜੀਆਂ ਸਿਸਟਮੈਟਿਕ ਤਰੀਕੇ ਦੇ ਨਾਲ ਹੁੰਦੀਆਂ। ਕੋਈ ਰਸਤਾ ਨਹੀਂ ਰੋਕਿਆ ਜਾ ਸਕਦਾ, ਕੋਈ ਹਾਈਵੇ ਨਹੀਂ ਰੋਕਿਆ ਜਾ ਸਕਦਾ। ਇਹਦੀ ਸਿਚੁਏਸ਼ਨ ਆਉਣ ਨਹੀਂ ਦਿੱਤੀ ਜਾਂਦੀ, ਪਹਿਲਾਂ ਹੀ ਸੈਟਲਮੈਂਟ ਜਿਹੜੀ ਆ ਉਹ ਕੀਤੀ ਜਾਂਦੀ ਆ। ਕੈਨੇਡਾ ਦੇ ਮੈਨੀਟੋਬਾ ਸੂਬਾ ਤੋਂ ਖਬਰ ਹੈਗੀ ਆ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਲੀਡਰ ਦੀ ਚੋਣ ਹੋਈ ਆ, ਜਿਹਦੇ ਵਿੱਚ ਹੈਦਰ ਸਟੀਫਸਨ ਨਵੀਂ ਲੀਡਰ ਚੁਣੀ ਗਈ ਆ। ਹੁਣ ਅਗਲੀਆਂ ਇਲੈਕਸ਼ਨਾਂ ਦੇ ਵਿੱਚ ਹੈਦਰ ਸਟੀਫਸਨ ਪਹਿਲੀ ਮਹਿਲਾ ਆਗੂ ਹੋਊਗੀ ਜਿਹੜੀ ਪ੍ਰੀਮੀਅਰ ਬਣੂਗੀ। ਜੇ ਇਸ ਪਾਰਟੀ ਨੂੰ ਜਿੱਤ ਮਿਲਦੀ ਹੈ ਕੰਜ਼ਰਵੇਟਿਵ ਨੂੰ, ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ, ਅਤੇ ਇਹ ਹੈਦਰ ਸਟੀਫਸਨ ਜਿਹੜੀ ਆਗੂ ਹੈਗੀ ਆ ਪਹਿਲੀ ਮਹਿਲਾ ਪ੍ਰੀਮੀਅਰ ਹੋਊਗੀ।
ਉਹਨਾਂ ਨੂੰ ਜ਼ਿਕਰਯੋਗ ਹੈ ਕਿ ਉਹਨਾਂ ਨੇ ਆਪਣੇ ਵਿਰੋਧੀ ਸ਼ੈਲੀ ਗਰੋਵਰ ਨੂੰ 50.49% ਵੋਟਾਂ ਦੇ ਨਾਲ ਹਰਾਇਆ। 16,000 ਦਾ ਵਾਧਾ ਜਿਹੜਾ ਦਰਜ ਕੀਤਾ ਗਿਆ ਉਹਨਾਂ ਦੇ ਹੱਕ ਦੇ ਵਿੱਚ। ਇਹ ਖਬਰ ਸੀਗੀ ਮੈਨੀਟੋਬਾ ਤੋਂ। ਅਗਲੀਆਂ ਖਬਰਾਂ ਕੁਛ ਕੈਨੇਡਾ ਤੋਂ, ਨਿਊ ਫਾਊਂਡਲੈਂਡ ਲੈਬਰਾਡੋਰ ਤੋਂ ਖਬਰਾਂ ਹੈਗੀਆਂ ਨੇ। ਲੈਬਰਾਡੋਰ ਦੇ ਵਿੱਚ ਮੈਡੀਕਲ ਐਸੋਸੀਏਸ਼ਨ ਨੇ ਇਸ ਗੱਲ ਦੀ ਮੰਗ ਕੀਤੀ ਆ, ਖੁਲਾਸਾ ਕੀਤਾ ਹੈ ਕਿ ਜਿਹੜਾ ਪ੍ਰੋਵਿੰਸ ਹੈਗਾ ਬੜੀ ਵੱਡੇ ਪੱਧਰ 'ਤੇ ਡਾਕਟਰਾਂ ਦੀ ਘਾਟ ਨਾਲ ਜੂਝ ਰਿਹਾ ਹੈਗਾ। 1 ਲੱਖ ਦੇ ਕਰੀਬ ਆਬਾਦੀ ਜਿਹੜੀ ਹੈਗੀ ਆ ਉਹ ਡਾਕਟਰਾਂ ਦੀ ਸਹੂਲਤ ਤੋਂ ਵਾਂਝੀ ਆ, ਫੈਮਿਲੀ ਡਾਕਟਰਾਂ ਦੀ ਸਹੂਲਤ ਤੋਂ। ਭਾਵ ਇੱਥੇ ਕੈਨੇਡਾ ਦੇ ਵਿੱਚ ਹਰੇਕ ਜਿਹੜਾ ਪਰਿਵਾਰ ਉਹਦੇ ਕੋਲ ਇੱਕ ਫੈਮਿਲੀ ਡਾਕਟਰ ਹੁੰਦਾ ਹੈ, ਜਿਹਦੇ ਕੋਲ ਪੱਕਾ ਰੈਕਡ ਹੁੰਦਾ ਆ ਬੰਦੇ ਦਾ ਹੈਲਥ ਦਾ। ਜਦੋਂ ਤੋਂ ਵੀ ਉਹ ਫੈਮਿਲੀ ਡਾਕਟਰ ਕੋਲ ਜਾ ਰਿਹਾ ਉਹਦੇ ਕੋਲ ਸਾਰਾ ਆਨਲਾਈਨ ਰੈਕਡ ਹੁੰਦਾ ਆ, ਔਰ ਉਸ ਰੈਕਡ ਦੇ ਬਿਹਾਫ ਦੇ ਉੱਪਰ ਹੀ ਬੰਦੇ ਦੀ ਟਰੀਟਮੈਂਟ ਜਿਹੜੀ ਆ ਹਸਪਤਾਲ ਦੇ ਵਿੱਚ ਵੀ ਕੀਤੀ ਜਾਂਦੀ ਆ। ਜਦੋਂ ਵੀ ਬੰਦਾ ਬਿਮਾਰ ਹੁੰਦਾ ਆ, ਬੰਦੇ ਦਾ ਜਿਹੜਾ ਰੈਕਡ ਆ ਬਕਾਇਦਾ ਉਹਦੇ ਫੈਮਿਲੀ ਡਾਕਟਰ ਕੋਲੋਂ ਮੰਗਵਾਇਆ ਜਾਂਦਾ ਆ। 20% ਦੀ ਆਬਾਦੀ ਕਰੀਬ ਜਿਹੜੀ ਆ ਪ੍ਰੋਵਿੰਸ ਦੀ ਉਹ ਫੈਮਿਲੀ ਡਾਕਟਰਾਂ ਤੋਂ ਵਾਂਝੀ ਆ। 1,76,000 ਜਿਹੜਾ ਖਰਚਾ ਆ ਹੈਲਥ ਦੇ ਰਿਗਾਰਡਿੰਗ ਆ ਰਿਹਾ। ਲੇਕਿਨ ਉੱਥੋਂ ਦੇ ਸਥਾਨਕ ਮੇਅਰ ਦਾ ਕਹਿਣਾ ਸੀਗਾ ਕਿ ਇਸ ਖਰਚੇ ਦਾ ਕੀ ਫਾਇਦਾ ਹੈਗਾ ਜੇ ਲੋਕਾਂ ਨੂੰ ਫੈਮਿਲੀ ਡਾਕਟਰ ਹੀ ਪ੍ਰੋਵਾਈਡ ਨਾ ਕੀਤਾ ਜਾ ਸਕੇ। ਇਹਦੇ ਸੰਬੰਧੀ ਹੁਣ ਸੰਬੰਧਿਤ ਸਰਕਾਰ 'ਤੇ ਵੱਡਾ ਪ੍ਰੈਸ਼ਰ ਹੈ, ਜਿਹਦੇ ਲਈ ਹੁਣ ਡਾਕਟਰਾਂ ਦੀ ਜਾਂ ਹੋਰ ਹੈਲਥ ਸਟਾਫ ਦੀ ਹਾਇਰਿੰਗ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹੈ। ਟੋਰਾਂਟੋ ਤੋਂ ਖਬਰ ਹੈ। ਟੋਰਾਂਟੋ ਦੀ ਇੱਕ 67 ਸਾਲਾ ਔਰਤ ਦੇ ਕਤਲ ਦੇ ਦੋਸ਼ ਉਹਦੇ ਪੁੱਤਰ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਨਾਰਥ ਵੈਸਟ ਸਟਰੀਟ ਐਂਡ ਸ਼ੈਫਰਡ ਐਵਨਿਊ ਦੇ ਉੱਪਰ ਇਹ ਘਟਨਾ ਵਾਪਰੀ ਸੀ। ਇੱਕ ਔਰਤ ਵਿਨਸੈਜਾ ਗਲੋਰੋ ਆਪਣੇ ਪੁੱਤਰ ontario ਗਲੋਰੋ ਦੇ ਨਾਲ ਰਹਿ ਰਹੀ ਸੀ। ਕਿਸੇ ਕਾਰਨ ਕਰਕੇ ਝਗੜਾ ਹੋਣ ਕਾਰਨ ਕਰਕੇ ਉਸਦੇ ਪੁੱਤਰ ਵੱਲੋਂ ਕਈ ਜਿਹੜੇ ਚਾਕੂ ਮਾਰ ਕੇ ਆਪਣੀ ਮਾਂ ਦਾ ਕਤਲ ਕੀਤਾ ਗਿਆ। ਹੁਣ ਅਦਾਲਤ ਨੂੰ ਜਿਹੜਾ ਕੱਲ੍ਹ ਬਕਾਇਦਾ ਇਸ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਦੇ ਸੰਬੰਧੀ ਹੁਣ ਅਗਲਾ ਕੇਸ ਜਿਹੜਾ ਪੁਲਿਸ ਵੱਲੋਂ ਤਿਆਰ ਕੀਤਾ ਜਾਊਗਾ। ਅਗਲੀ ਖਬਰ ਟ੍ਰੈਫਿਕ ਨਾਲ ਜੁੜੀ ਹੋਈ ਆ। ਟ੍ਰੈਫਿਕ QEW ਮਿਸੀਸਾਗਾ ਦਾ QEW ਦੇ ਗੱਡੀ ਚਲਾ ਰਿਹਾ ਡਰਾਈਵਰ ਰਾਤ ਸਮੇਂ ਸ਼ਾਇਦ ਅਨੀਂਦਰਾ ਹੋਏਗਾ, ਉਸ ਨੂੰ ਨੀਂਦ ਆ ਗਈ ਅਤੇ ਗੱਡੀ ਦੇ ਸਟੇਅਰਿੰਗ ਉੱਪਰ ਹੀ ਉਕਤ ਡਰਾਈਵਰ ਸੌਂ ਗਿਆ। ਸੌਣ ਦੀ ਵਜ੍ਹਾ ਕਰਕੇ ਪਹਿਲਾਂ ਕਾਰ 2 ਵਹੀਕਲਾਂ ਦੇ ਨਾਲ ਟਕਰਾਈ, ਉਸ ਤੋਂ ਬਾਅਦ ਕਾਰ ਪਲਟੀਆਂ ਖਾਂਦੀ ਹੋਈ ਮੁੱਦੇ ਜਿਹੜਾ ਹਾਈਵੇ ਦੇ ਉੱਪਰ ਹੀ ਹਾਦਸੇ ਦਾ ਸ਼ਿਕਾਰ ਹੋਈ, ਜਿਹਦੇ ਸੰਬੰਧੀ ਪੁਲਿਸ ਮੌਕੇ 'ਤੇ ਪਹੁੰਚੀ। ਸੋ ਫੈਰ ਸੋ ਗੁੱਡ ਕਿ ਇਹਦੇ ਵਿੱਚ ਕਿਸੇ ਦਾ ਵੱਡਾ ਨੁਕਸਾਨ ਨਹੀਂ ਹੋਇਆ। ਜਿਹੜਾ ਡਰਾਈਵਰ ਸੀਗਾ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਕੁਝ ਅੰਤਰਰਾਸ਼ਟਰੀ ਖਬਰਾਂ ਆ, ਜਿਸ ਤਰ੍ਹਾਂ ਅਸੀਂ ਰੋਮ ਤੋਂ ਖਬਰ ਤੁਹਾਡੇ ਨਾਲ ਸਾਂਝੀ ਕਰ ਹੀ ਚੁੱਕੇ ਹਾਂ ਕਿ G20 ਮੀਟਿੰਗ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹੁਣਾਂ ਵੱਲੋਂ ਵੀ ਆਪਣੇ ਭਾਸ਼ਣ ਦੇ ਵਿੱਚ ਜਿਹੜਾ ਸਾਮਪ ਭਾਸ਼ਣ ਦਿੱਤਾ ਗਿਆ, ਉਹਦੇ ਵਿੱਚ ਉਹਨਾਂ ਵੱਲੋਂ ਵਾਤਾਵਰਨ ਸੰਬੰਧੀ ਵਧੀਆ ਪਹੁੰਚ ਬਣਾਉਣ ਦਾ ਸੱਦਾ ਵਰਲਡ ਭਰ ਦੇ ਦੇਸ਼ਾਂ ਨੂੰ ਦਿੱਤਾ ਗਿਆ। G20 ਦੇ ਦੇਸ਼ਾਂ ਨੂੰ ਵੀ ਇਸ ਗੱਲ ਦਾ ਸੱਦਾ ਦਿੱਤਾ ਗਿਆ ਅਤੇ ਚੀਨ, ਰੂਸ, ਸਾਊਦੀ ਅਰਬ ਨਾਲ ਇਸ ਗੱਲ ਦਾ ਜਿਹੜਾ ਗਿਲਾ ਕੀਤਾ ਗਿਆ ਕਿ ਉਹਨਾਂ ਵੱਲੋਂ ਆਪਣੇ ਪੱਧਰ ਦੇ ਉੱਪਰ ਇਸ ਸੰਬੰਧੀ ਹਿਰਦ ਯਤਨ ਕੀਤੇ ਨਹੀਂ ਜਾ ਰਹੇ। ਉਹਨਾਂ ਵੱਲੋਂ ਇਸ ਗੱਲ ਦਾ ਇੱਕ ਅਹਿਮ ਐਲਾਨ ਕਰਦਿਆਂ $900 ਬਿਲੀਅਨ ਦਾ ਇੱਕ ਪਲਾਨ ਜਿਹੜਾ ਸਾਂਝਾ ਕੀਤਾ ਗਿਆ ਊਰਜਾ ਨਵੀਨੀਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ। ਜਦੋਂ ਵੀ ਇਹ ਸੰਮਤੀ ਹੁੰਦੀ ਆ, ਸਾਰੇ ਦੇਸ਼ ਆਪਣੇ ਪੱਧਰ 'ਤੇ ਆਪਣਾ ਪਲਾਨ ਜਾਰੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਿਸ਼ਨ ਕੱਟ ਵਾਸਤੇ ਅਤੇ ਊਰਜਾ ਦੇ ਨਵੀਨੀਕਰਨ ਵਾਸਤੇ ਕਿਸ ਤਰ੍ਹਾਂ ਕੰਮ ਕਰਨਗੇ, ਕਿੰਨਾ ਪੈਸਾ ਰੱਖਣਗੇ। ਸੋ ਅਮਰੀਕਾ ਦੇ ਰਾਸ਼ਟਰਪਤੀ ਹੋਣਾ ਵੱਲੋਂ $900 ਬਿਲੀਅਨ ਇਸ ਸੰਬੰਧੀ ਖਰਚਣ ਦੀ ਗੱਲ ਕੀਤੀ ਗਈ ਆ। ਸੁਡਾਨ ਤੋਂ ਖਬਰ ਆ। ਸੁਡਾਨ ਦੇ ਵਿੱਚ ਰਾਜਸੀ ਸੰਕਟ ਚੱਲ ਰਿਹਾ ਆ। ਤੁਹਾਨੂੰ ਪਤਾ ਹੈ ਕਿ ਉੱਥੇ ਕਾਫੀ ਲੰਬੇ ਸਮੇਂ ਤੋਂ ਮਿਲਟਰੀ ਅਤੇ ਉੱਥੋਂ ਦੀ ਜਿਹੜੀ ਇੱਕ ਪੋਲੀਟੀਕਲ ਪਾਰਟੀ ਉਹਦੇ ਸੰਬੰਧੀ ਸਾਂਝੀ ਸਰਕਾਰ, ਜੁਆਇੰਟ ਸਰਕਾਰ ਚੱਲ ਰਹੀ ਸੀ। ਲੇਕਿਨ ਪਿਛਲੇ ਕੁਝ ਸਮੇਂ ਤੋਂ ਮਿਲਟਰੀ ਵੱਲੋਂ ਬਕਾਇਦਾ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਹਾਊਸ ਅਰੈਸਟ ਕੀਤਾ ਗਿਆ ਅਤੇ ਸਾਰੇ ਜਿਹੜਾ ਦੇਸ਼ ਦਾ ਪ੍ਰਸ਼ਾਸਨ ਨੂੰ ਆਪਣੇ ਹੱਥਾਂ ਵਿੱਚ ਲਿਆ ਗਿਆ। ਇਹਦੇ ਸੰਬੰਧੀ UNO ਦੀ ਟੀਮ ਹੁਣ ਸੁਡਾਨ 'ਚ ਪਹੁੰਚੀ ਹੈ, ਜਿਹਨੇ ਵੱਖ-ਵੱਖ ਧਿਰਾਂ ਦੇ ਨਾਲ ਜਿਹੜੇ UNO ਦੇ ਜਿਹੜੇ ਕਨਵਾਏ ਹੈਗੇ ਉਹਨਾਂ ਨੇ ਮੀਟਿੰਗ ਕੀਤੀ ਆ ਅਤੇ ਦੋਵਾਂ ਧਿਰਾਂ ਨੂੰ ਇਸ ਗੱਲ ਦਾ ਸੱਦਾ ਦਿੱਤਾ ਹੈ ਕਿ ਉਹ ਇੱਕ ਸਾਂਝੇ ਤੌਰ 'ਤੇ ਯਤਨ ਕਰਕੇ ਇੱਕ ਸੁਲ੍ਹਾ ਸਫਾਈ ਕਰਕੇ ਦੁਬਾਰਾ ਹੁਣ ਸਾਂਝੇ ਤੌਰ 'ਤੇ ਸਰਕਾਰ ਚਲਾਉਣ ਦਾ ਯਤਨ ਕਰਨ, ਤਾਂ ਜੋ ਲੋਕਤੰਤਰੀ ਕਦਰਾਂ ਕੀਮਤਾਂ ਦੇਸ਼ ਵਿੱਚ ਬਹਾਲ ਰੱਖੀਆਂ ਜਾ ਸਕਣ। ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਉਮਰ ਅਲ ਬਸ਼ੀਰ ਅਤੇ ਹੁਣ ਦੇ ਪ੍ਰਧਾਨ ਮੰਤਰੀ ਅਬਦੁੱਲਾ ਹੈਮਡੋਕ, ਉਹਨਾਂ ਨੂੰ ਬਕਾਇਦਾ ਹਾਊਸ ਅਰੈਸਟ ਕੀਤਾ ਗਿਆ ਸੀਗਾ।
UNO ਦੇ ਜਿਹੜੇ ਪ੍ਰਤੀਨਿਧ ਹੈਗੇ ਉਹਨਾਂ ਨਾਲ ਮੁਲਾਕਾਤ ਕੀਤੀ ਆ। ਫਿਰ ਆਰਮੀ ਦੇ ਅਧਿਕਾਰੀਆਂ ਦੇ ਨਾਲ ਵੀ ਮੁਲਾਕਾਤ ਕਰਕੇ ਉੱਥੇ ਉਹਨਾਂ ਦੇ ਵਿੱਚ ਕੰਸੈਂਟ ਬਣਾਉਣ ਦਾ ਯਤਨ ਕੀਤਾ ਜਾ ਰਿਹਾ। ਰੂਸ ਤੋਂ ਖਬਰ ਆ, ਰੂਸ ਦੇ ਵਿੱਚ ਅਸੀਂ ਲਗਾਤਾਰ ਰੋਜ਼ ਤੁਹਾਡੇ ਨਾਲ ਸਾਂਝੀ ਤਾਂ ਕਰਦੇ ਹੈਗੇ ਖਬਰ। ਵੈਸੇ ਬਹੁਤ ਸਾਰੇ ਸਾਡੇ ਸੱਜਣ ਕਹਿੰਦੇ ਆ ਕਿ ਹੁਣ ਕਰੋਨਾ ਦੀਆਂ ਖਬਰਾਂ ਨਹੀਂ ਦੇਣੀਆਂ ਚਾਹੀਦੀਆਂ, ਪਰ ਮੈਂ ਜਿੱਥੇ ਕਿਤੇ ਜ਼ਰੂਰੀ ਸਮਝਦਾ ਜ਼ਰੂਰ ਦਿੰਦਾ ਕਿ ਰੂਸ ਦੇ ਵਿੱਚ ਜਿੱਦਾਂ ਇੰਡੀਆ ਦੇ ਵਿੱਚ ਕਿਸ ਟਾਈਮ ਕਹਿਰ ਵਾਪਰਿਆ ਸੀ, ਰੂਸ ਇੱਕ ਡਿਵੈਲਪ ਕੰਟਰੀ ਆ, ਇੱਕ ਬੜਾ ਆਰਥਿਕ ਤੌਰ 'ਤੇ ਵੀ ਮਜ਼ਬੂਤ ਕੰਟਰੀ ਆ, ਲੇਕਿਨ ਰੂਸ ਦੇ ਵਿੱਚ ਵੀ ਕਰੋਨਾ ਨੇ ਲਗਾਤਾਰ ਕਹਿਰ ਮਚਾਇਆ। ਇਸ ਦਾ ਵੱਡਾ ਇੱਕ ਕਾਰਨ ਇਹ ਵੀ ਹੋ ਸਕਦਾ ਕਿ ਉੱਥੇ ਹਾਲੇ ਤੱਕ 30% ਦੀ ਆਬਾਦੀ ਜਿਹੜੀ ਸੀਗੀ, 35% ਦੀ, ਉਹ ਵੈਕਸੀਨੇਟਡ ਉਹਨਾਂ ਨੂੰ ਕੀਤਾ ਜਾ ਸਕਿਆ ਸੀਗਾ, ਜਿਹਦੀ ਵਜ੍ਹਾ ਕਰਕੇ ਹੁਣ ਕਰੋਨਾ ਦੀ ਲਹਿਰ ਆਉਣ ਕਾਰਨ 40,993 ਕੇਸ ਜਿਹੜੇ ਰੋਜ਼ ਭਰ ਆ ਰਹੇ ਆ। ਰੋਜ਼ ਦੇ ਜਿਹੜੀਆਂ ਮੌਤਾਂ ਹੈਗੀਆਂ, ਕੱਲ੍ਹ ਦੀਆਂ ਵੀ 1158 ਮੌਤਾਂ ਰੋਜ਼ ਉੱਥੇ ਹੋ ਰਹੀਆਂ, ਕਰੀਬ ਇੰਨੇ ਦੇ ਕਰੀਬ ਜਿਹੜੀਆਂ ਮੌਤਾਂ ਉੱਥੇ ਲਗਾਤਾਰ ਹੋ ਰਹੀਆਂ। ਰੂਸ ਵੱਲੋਂ ਬਕਾਇਦਾ ਹੁਣ ਲੋਕਡਾਊਨ ਇੱਕ ਕਿਸਮ ਨਾਲ ਲਗਾਇਆ ਗਿਆ। 30 ਅਕਤੂਬਰ ਤੋਂ ਲੈ ਕੇ 7 ਨਵੰਬਰ ਤੱਕ ਜਿਹੜੇ ਵੱਡੇ ਗੈਰ ਜ਼ਰੂਰੀ ਅਦਾਰੇ ਆ ਸਾਰੇ ਬੰਦ ਕਰ ਦਿੱਤੇ ਗਏ ਆ। ਲੇਕਿਨ ਫਿਲਹਾਲ ਅਜੇ ਵੀ ਜਿਹੜਾ ਕਰੋਨਾ ਦਾ ਜਿਹੜਾ ਕਹਿਰ ਆ ਉਹ ਜਾਰੀ ਆ। ਅਮਰੀਕਾ ਦੇ ਗਲਾਸਗੋ ਵਿੱਚ 2 ਹਫ਼ਤੇ ਚੱਲਣ ਵਾਲੀ ਵਾਤਾਵਰਣ ਅਤੇ ਜਿਹੜੀ ਕਲਾਈਮੇਟ ਸੰਮਤੀ ਉਹ ਸ਼ੁਰੂ ਹੋ ਚੁੱਕੀ ਆ। ਇਹਦੇ ਸੰਬੰਧੀ 200 ਦੇਸ਼ਾਂ ਦੇ ਕਰੀਬ ਆਗੂਆਂ ਵੱਲੋਂ ਭਾਗ ਲਿਆ ਜਾਏਗਾ, ਜਿਹਦੇ ਵਿੱਚ ਦੇਸ਼ ਦੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਵੱਲੋਂ ਵੀ ਪਹੁੰਚਣ ਦੀ ਜਿਹੜਾ ਹੈਗਾ ਤਜਵੀਜ਼ ਆ। ਇਹਦੇ ਸੰਬੰਧੀ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨ ਹਿੱਤ ਆਗੂਆਂ ਵੱਲੋਂ, ਲੋਕਾਂ ਵੱਲੋਂ ਮੁਜ਼ਾਹਰੇ ਵੀ ਕੀਤੇ ਜਾ ਰਹੇ ਆ। ਅਸੀਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। ਇਸ ਸੰਮਤੀ ਦੇ ਵਿੱਚ ਜਿਹੜੇ 200 ਦੇ ਕਰੀਬ ਦੇਸ਼ ਆ ਇਸ ਗੱਲ ਦੇ ਉੱਪਰ ਵਿਚਾਰ ਕਰਨਗੇ। ਜਿਹੜੀ ਰੋਮ ਇਟਲੀ ਦੇ ਵਿੱਚ ਜਿਹੜੀ ਸਮਿਟ ਹੋਈ ਆ G20 ਦੇਸ਼ਾਂ ਦੀ, ਉਹਦੇ ਵਾਂਗ ਹੀ ਹੁਣ ਇਹ 200 ਦੇਸ਼ ਜਿਹੜੇ ਆ ਇਸ ਗੱਲ 'ਤੇ ਵਿਚਾਰ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਮਿਸ਼ਨ ਨੂੰ ਕਿੱਦਾਂ ਘਟਾਇਆ ਜਾ ਸਕਦਾ, ਵਾਤਾਵਰਨ ਨੂੰ ਕਿੱਦਾਂ ਸਾਫ਼ ਸੁਥਰਾ ਰੱਖਿਆ ਜਾ ਸਕਦਾ, ਬੈਲੈਂਸ ਰੱਖਿਆ ਜਾ ਸਕਦਾ, ਗਲੋਬਲ ਵਾਰਮਿੰਗ ਨੂੰ ਕਿਸ ਤਰ੍ਹਾਂ ਘੱਟ ਕੀਤਾ ਜਾ ਸਕਦਾ। ਇਹ ਅੱਜ ਦੀਆਂ ਕੁਝ ਅਹਿਮ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਕੈਨ ਪੰਜਾਬ ਮੀਡੀਆ ਵੱਲੋਂ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਪ੍ਰਤੀ ਤੁਹਾਡੇ ਵਿਚਾਰ ਕੀ ਆ, ਵਿਊ ਕੀ ਆ, ਨਾ ਪੱਖੀ ਜਾਂ ਹਾਂ ਪੱਖੀ, ਤੁਸੀਂ ਕਮੈਂਟ ਬਾਕਸ ਵਿੱਚ ਸਾਡੇ ਤੱਕ ਆਪਣੇ ਵਿਚਾਰ ਪਹੁੰਚਾ ਸਕਦੇ ਹੋ, ਤਾਂ ਜੋ ਤੁਹਾਡੇ ਵਿਚਾਰਾਂ ਮੁਤਾਬਕ ਅਸੀਂ ਆਪਣੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਦੀ ਰੂਪਰੇਖਾ ਲਿਖ ਸਕੀਏ। ਕੋਈ ਵੀ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੋਵੇ ਸਾਡੇ ਨਾਲ ਜ਼ਰੂਰ ਸਾਂਝੀ ਕਰੋ। ਦਾਸ ਗੁਰਮੁਖ ਸਿੰਘ ਬਾਰੀਆ, ਪਿਆਰ ਭਰੀ ਸਤਿ ਸ੍ਰੀ ਅਕਾਲ।